ਸਤਿ ਸ਼੍ਰੀ ਅਕਾਲ। ਲੋਕ ਰਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ। ਗਰਗ ਸਾਹਿਬ ਵੈਲਕਮ। ਸ਼ੁਕਰੀਆ ਜੀ ਬਹੁਤ ਬਹੁਤ। ਗਰਗ ਸਾਹਿਬ 6 ਮਹੀਨੇ ਹੋ ਗਏ ਇਸ ਗੱਲ ਨੂੰ ਜਦੋਂ ਰੌਲਾ ਪਿਆ ਪੈਗਾਸਸ ਦਾ ਕਿ ਇੱਕ ਸਪਾਈਵੇਅਰ ਇੰਡੀਆ ਦੀ ਸਰਕਾਰ ਖਰੀਦ ਕੇ ਜਾਸੂਸੀ ਕਰਵਾ ਰਹੀ ਹੈ ਉਹਨਾਂ ਨਾਮਵਰ ਸ਼ਖਸੀਅਤਾਂ ਦੀ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਨੂੰ ਲੱਗਦਾ ਸੀ ਕਿ ਸਾਡੇ ਕੰਮਕਾਰਾਂ ਨੂੰ ਇਹ ਪ੍ਰਭਾਵਿਤ ਕਰਨਗੇ। ਵਿਰੋਧੀ ਧਿਰ ਨੇ ਲਗਾਤਾਰ ਇਲਜ਼ਾਮ ਲਾਏ। ਮੌਜੂਦਾ ਹਕੂਮਤ ਇਸ ਗੱਲ ਤੋਂ ਮੁੱਕਰਦੀ ਹੋਈ ਦਿਖਾਈ ਦਿੱਤੀ। ਉਹ ਕਹਿੰਦੇ ਕਿ ਅਸੀਂ ਨਾ ਤਾਂ ਪੈਗਾਸਸ ਖਰੀਦਿਆ, ਨਾ ਸਪਾਈਵੇਅਰ ਅਸੀਂ ਖਰੀਦਿਆ, ਨਾ ਕਿਸੇ ਕੰਪਨੀ ਦੇ ਨਾਲ ਸਾਡਾ ਕਿਸੇ ਤਰ੍ਹਾਂ ਦਾ ਸਮਝੌਤਾ ਹੋਇਆ। ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਅਮਰੀਕੀ ਅਖਬਾਰ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ। ਉਸ ਤੋਂ ਬਾਅਦ ਲਗਾਤਾਰ ਪੈਗਾਸਸ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ। ਭਾਵੇਂ ਇਹ ਮਾਮਲਾ ਕੋਰਟਾਂ ਤੱਕ ਗਿਆ, ਕਮੇਟੀਆਂ ਵੀ ਬਣੀਆਂ, ਪਰ ਨਿਕਲ ਕੇ ਇਹਦੇ 'ਚੋਂ ਕੁਛ ਨਹੀਂ ਆਇਆ। ਹੁਣ ਬਜਟ ਦੇ ਦੌਰਾਨ ਵਿਰੋਧੀ ਧਿਰ ਕਹਿੰਦੀ ਹੈ ਕਿ ਅਸੀਂ ਸਵਾਲ ਕਰਾਂਗੇ ਸਰਕਾਰ ਨੂੰ, ਕਿਉਂਕਿ ਇਹ ਦੇਸ਼ ਧਰੋਹੀ ਦਾ ਕੰਮ ਹੈ ਜੋ ਬੀਜੇਪੀ ਸਰਕਾਰ ਕਰ ਰਹੀ ਹੈ ਕਿ ਜਸੂਸੀ ਕਰਵਾਉਣਾ ਉਹਨਾਂ ਬੰਦਿਆਂ ਦੀ, ਉਹਨਾਂ ਸ਼ਖਸੀਅਤਾਂ ਦੀ, ਉਹਨਾਂ ਏਜੰਸੀਆਂ ਦੀ ਜਿਸ ਨੇ ਦੇਸ਼ ਦੀ ਆਵਾਜ਼ ਬਣਨਾ ਸੀ। ਉਸ ਆਵਾਜ਼ ਨੂੰ ਬੀਜੇਪੀ ਦੱਬਣ ਜਾ ਰਹੀ ਹੈ। ਜੀ ਡਾਕਟਰ ਸਾਹਿਬ। ਦੇਖੋ ਭੰਗੂ ਜੀ, ਸਭ ਤੋਂ ਵੱਡਾ ਸਾਡਾ ਦੁਖਾਂਤ ਹੈ ਮੁਲਕ ਦਾ ਕਿ ਸਾਡਾ ਜਿਹੜਾ ਹੁਕਮਰਾਨ ਹੈ, ਜਿਹੜੀ ਹਕੂਮਤ ਕਰਦੀ ਪਾਰਟੀ ਹੈ, ਉਹ ਆਪਣੇ ਆਵਾਮ ਤੋਂ ਡਰ ਰਹੀ ਹੈ, ਲੋਕਾਂ ਤੋਂ ਡਰ ਰਹੀ ਹੈ। ਔਰ ਉਹ ਲੋਕਾਂ ਤੋਂ ਇੰਨਾ ਜ਼ਿਆਦਾ ਡਰਨ ਲੱਗ ਗਈ, ਇੰਨੀ ਉਹਨੂੰ ਬੇਵਿਸ਼ਵਾਸੀ ਹੋ ਗਈ ਲੋਕਾਂ ਤੇ ਕਿ ਲੋਕ ਕੀ ਕਹਿੰਦੇ ਨੇ, ਕੀ ਖਾਂਦੇ ਨੇ, ਕਿੱਥੇ ਬੈਠਦੇ ਨੇ, ਕਿਵੇਂ ਸੌਂਦੇ ਨੇ ਤੇ ਕਿਵੇਂ ਉਹ ਨੱਚਦੇ ਨੇ, ਕਿਵੇਂ ਟੱਪਦੇ ਨੇ, ਇਹ ਹਰੇਕ ਗੱਲ, ਕਿਹੜੀ ਕਿਤਾਬ ਪੜ੍ਹਦੇ ਨੇ, ਕਿਹੜੀ ਚਿੱਠੀ ਲਿਖਦੇ ਨੇ, ਉਹ ਹਰੇਕ ਗੱਲ ਦੇ ਉੱਤੇ ਨਜ਼ਰ ਰੱਖਣਾ ਚਾਹੁੰਦੀ ਹੈ। ਉਹਨੂੰ ਲੱਗਦਾ ਹੈ ਵੀ ਅਸੀਂ ਸਿਰਫ ਦੇਸ਼ ਭਗਤ ਹਾਂ, ਬਾਕੀ ਦੁਨੀਆ ਸਭ ਜਿਹੜੇ ਦੇਸ਼ ਦੇ 140 ਕਰੋੜ ਲੋਕ ਨੇ ਉਹ ਸਾਰੇ ਦੇਸ਼ ਦੇ ਗਦਾਰ ਨੇ। ਇਹ ਸਰਕਾਰ ਨੂੰ ਪਤਾ ਲੱਗਦਾ ਹੈ। ਦੂਜਾ, ਇਸ ਹਕੂਮਤ ਨੂੰ ਇਹ ਵੀ ਲੱਗਦਾ ਹੈ ਵੀ ਇਹ ਜੇ ਸਾਰੇ ਇਕੱਠੇ ਹੋ ਗਏ, ਇਹ ਜੇ ਕੋਈ ਆਪਸ ਵਿੱਚ, ਤੇ ਸਾਡਾ ਤਾਂ ਤਖਤਾ ਉਲਟ ਜੂ, ਕਿਉਂਕਿ ਅਸੀਂ ਤਾਂ ਬੇਈਮਾਨੀ ਕਰਨੀ ਹੈ। ਸਰਕਾਰ ਜਿਹੜੀ ਇਹ ਹੈ, ਇਸ ਨੇ ਸਾਡੇ ਜਮਹੂਰੀ ਨਿਜ਼ਾਮ ਨੂੰ, ਸਾਡੇ ਸੰਵਿਧਾਨ ਨੂੰ, ਸਾਡੇ ਸੰਵਿਧਾਨ ਦੇ ਮੂਲ ਅਧਿਕਾਰ, ਜਿਹਦੇ ਵਿੱਚ ਇੱਕ ਤਾਂ 14 ਸੂਤਰਾਂ ਦੇ ਤਹਿਤ ਬਰਾਬਰਤਾ ਦਾ ਅਧਿਕਾਰ ਹੈ, ਇੱਕ ਸਾਡਾ 1921 ਦੇ ਵਿੱਚ ਜਿਉਣ ਦਾ ਤੇ ਬੋਲਣ ਦਾ ਤੇ ਆਪਣੇ ਵਿਚਾਰ ਵਿਅਕਤ ਕਰਨ ਦਾ ਅਧਿਕਾਰ ਹੈ। ਉਹ ਆਰਟੀਕਲ 19 ਨੂੰ ਇਹ ਢਾਹ ਲਾਉਣ ਵਾਸਤੇ ਹਰ ਹਰਬਾ ਵਰਤੇ ਨੇ। ਇਹ ਤਾਂ ਹੈ ਨਹੀਂ ਕਿ ਇਹੀ ਇਕੱਲੀ ਸਰਕਾਰ ਵਰਤ ਰਹੀ ਹੈ। ਸਰਕਾਰਾਂ ਸ਼ੁਰੂ ਤੋਂ ਵਰਤਦੀਆਂ ਆਈਆਂ ਨੇ। ਚਿੱਠੀਆਂ ਦੀ ਸੈਂਸਰਸ਼ਿਪ ਹੁੰਦੀ ਸੀ, ਉਹ ਵੀ ਇਹੀ ਕੰਮ ਸੀ ਵੀ ਚਿੱਠੀ ਪੜ੍ਹ ਕੇ ਭੇਜਣੀ ਹੈ। ਸਰਕਾਰ ਨੇ ਚਿੱਠੀਆਂ ਕੁਝ ਬੰਦਿਆਂ ਦੇ ਪਹਿਲਾਂ, ਪਰ ਉਦੋਂ ਉਹ ਸੀਮਤ ਹੁੰਦਾ ਸੀ। ਉਦੋਂ ਉਹਨਾਂ ਦੇ ਉੱਤੇ ਦੋ ਤਰ੍ਹਾਂ ਦੇ ਤਰੀਕਿਆਂ ਦੇ ਉੱਤੇ ਹੁੰਦਾ ਸੀ ਵੀ ਜਾਂ ਤਾਂ ਜਿੱਥੋਂ ਕਿਸੇ ਤੋੜ ਭੰਨ ਦੀ ਕਾਰਵਾਈ ਦੀ ਉਮੀਦ ਹੈ ਉਹਦੇ ਉਹ ਸਪਾਈਂਗ ਕਰਦੇ ਸੀ, ਜਾਂ ਜਿਹੜੇ ਕੋਈ ਸੈਂਸਿਟਿਵ ਮਹਿਕਮੇ 'ਚ ਲੱਗੇ ਹੋਏ ਲੋਕ ਸੀਗੇ ਉਹਨਾਂ ਦਾ ਵੀ ਇਹ ਕੋਈ ਐਸੀ ਗੱਲ ਨਾ ਕਰ ਦੇਣ, ਕੋਈ ਸੂਚਨਾ ਲੀਕ ਕਰ ਦੇਣ ਜਾਂ ਹੋਰ ਕਰ ਦੇਣ। ਬਾਕੀ ਆਮ ਲੋਕਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਸੀ। ਉਹ ਜੋ ਲਿਖਣ, ਜੋ ਕਰਨ, ਉਹੀ ਜੀ ਕੋਈ ਗੱਲ ਨਹੀਂ ਸੀ। ਇਹ ਸਰਕਾਰ ਕਿਉਂਕਿ ਡਰੀ ਹੋਈ ਬਹੁਤ ਹੈ, ਇਹ ਹੁਕਮਰਾਨ ਬਿਲਕੁਲ ਡਰੇ ਹੋਏ ਨੇ। ਇਹ ਇੱਕ ਤਾਂ ਇਹੋ ਜਿਹੇ ਹੱਥ ਕੰਡੇ ਅੱਜ ਨਹੀਂ, ਇਹਨਾਂ ਨੇ ਪਹਿਲਾਂ ਗੁਜਰਾਤ 'ਚ ਸ਼ੁਰੂ ਹੋਇਆ ਹੋਇਆ, 7-8 'ਚੋਂ ਸ਼ੁਰੂ ਹੋਇਆ ਹੋਇਆ ਅਸਲ 'ਚ ਇਹੋ ਜਿਹਾ ਕੰਮ। ਇਹ ਉੱਥੇ ਕਰਿਆ ਇਹਨਾਂ ਨੇ, ਫਿਰ ਇਹਨਾਂ ਨੇ ਭਾਰਤ ਜਾ ਕੇ 2017 ਤੋਂ ਇੱਥੇ ਸ਼ੁਰੂ ਕਰਿਆ ਹੋਇਆ। ਇਹ ਮੁੱਕਰਦੇ ਨੇ। ਹੁਣ ਦੂਜਾ, ਫਿਰ ਜਦ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ, ਉਹਦੇ 'ਚ ਇੱਕ ਉਦੋਂ ਵੀ ਵੱਡੀ ਗੱਲ ਆ ਜਾਂਦੀ ਹੈ ਕਿ ਦੱਸਣਾ ਨਹੀਂ ਕਿ ਜੇ ਅਸੀਂ ਦੇਸ਼ ਭਗਤ ਹਾਂ, ਇਹ ਤਾਂ ਦੇਸ਼ ਭਗਤ ਹਰੇਕ ਗੱਲ ਦੇ ਉੱਤੇ। ਤੁਸੀਂ ਮੈਨੂੰ ਕੋਈ ਬੰਦਾ ਜਵਾਬ ਦੇਵੇ ਇਹ ਵੀ ਜਿਹੜਾ ਮੁਲਕ, ਇਹ ਜਿਹੜੇ ਮੁਲਕ ਦਾ ਹੁਕਮਰਾਨ ਹਰੇਕ ਗੱਲ ਨੂੰ ਰਾਸ਼ਟਰ ਵੀ, ਜੇ ਤੁਸੀਂ ਮੋਦੀ ਨੂੰ ਕ੍ਰਿਟੀਸਾਈਜ਼ ਕਰਤਾ ਤੇ ਤੁਸੀਂ ਰਾਸ਼ਟਰ ਵਿਰੋਧੀ ਹੋ ਗਏ। ਜੇ ਤੁਸੀਂ ਬੀਜੇਪੀ ਦੀ ਨੀਤੀ ਨੂੰ ਕਹਤਾ ਗਲਤ ਹੈ, ਤੁਸੀਂ ਰਾਸ਼ਟਰ ਵਿਰੋਧੀ ਹੋ ਗਏ। ਇਸ ਵਾਸਤੇ ਜਿਹੜੀ ਵੀ ਗੱਲ ਤੁਸੀਂ ਕਰੋਗੇ ਉਹੀ ਉਹਨੂੰ ਕਹਿਣਗੇ ਤਾਂ ਰਾਸ਼ਟਰ ਵਿਰੋਧੀ ਹੈ ਜੀ। ਜਦ ਇੱਕ ਨਵਾਂ ਹੀ ਰਾਸ਼ਟਰ ਵਿਰੋਧ ਦਾ ਆਪਣੇ ਆਪ ਹੀ ਫਤਵਾ ਦੇਣਾ ਸ਼ੁਰੂ ਕਰਤਾ। ਔਰ ਇੱਥੇ ਤੱਕ ਇਹਨਾਂ ਦੇ ਮੰਤਰੀ ਇੱਥੇ ਤੱਕ ਚਲੇ ਗਏ, ਕਹਿਣ ਲੱਗੇ ਦੇਸ਼ ਕੇ ਗਦਾरों को गोली मारो सालों को। ਉਹ ਗਦਾਰ ਕੌਣ ਹੈ ਉਹ ਵੀ ਇਹਨਾਂ ਨੇ ਤੈਅ ਕਰਨਾ। ਸੋ ਜੇ ਗਦਾਰ ਤੈਅ ਕਰਨ ਲੱਗ ਜਾਣ, ਜਿਹੜੇ ਖੁਦ ਗਦਾਰ ਹੋਣ ਉਹ ਗਦਾਰ ਦੂਜਿਆਂ ਨੂੰ ਕਹਿਣ ਲੱਗ ਜਾਣ, ਫਿਰ ਤਾਂ ਅੰਤ ਕੋਈ ਹੁੰਦਾ ਨਹੀਂ ਨਾ। ਉਹ ਜਿਵੇਂ ਕੋਈ ਕਹਿੰਦੇ ਕਿਸੇ ਨਕਟਾ ਸੀਗਾ, ਉਹਦਾ ਨੱਕ ਕੱਟਿਆ ਹੋਇਆ ਸੀ, ਉਹਨੇ ਸੋਚਿਆ ਮੈਨੂੰ ਨਾ ਕੋਈ ਕਹਿ ਦੇ, ਉਹ ਦੂਜੇ ਨੂੰ ਕਹਿੰਦਾ ਤੇਰਾ ਨੱਕ ਕੱਟਿਆ ਹੋਇਆ, ਤਾਂ ਕਿ ਉਹਨੂੰ ਕਹਿ ਨਾ ਸਕੇ। ਸੋ ਇਹ ਪੈਗਾਸਸ ਦਾ ਵੀ ਜਿਹੜਾ ਮਾਮਲਾ ਹੈ ਉਹ ਇਹੀ ਮਾਮਲਾ ਹੈ ਕਿ ਇਹਨਾਂ ਨੇ, ਜਿਵੇਂ ਰਫੇਲ ਦੇ ਵਿੱਚ ਵੀ ਅਸੀਂ ਨਹੀਂ ਦੇਣਾ ਜੀ, ਇਹਦੇ ਤਾਂ ਸੁਰੱਖਿਆ ਦੇ ਉੱਤੇ ਬੜਾ ਖਤਰਾ ਹੋ ਜੂ। ਸਾਡੀ ਜਿਹੜੀ ਲੋਕਤੰਤਰੀ ਪ੍ਰਣਾਲੀ ਹੈ ਉਹਦੇ 'ਚ ਜਿਹੜਾ ਮੰਤਰਾਲਾ ਹੈ, ਜਿਹਨੂੰ ਆਪਾਂ ਕੈਬਨਿਟ ਕਹਿੰਦੇ ਹਾਂ,
ਮੰਤਰੀ ਪ੍ਰੀਸ਼ਦ, ਉਹ ਜ਼ਿੰਮੇਵਾਰ ਜ਼ਰੂਰ ਹੈ, ਪਰ ਇਹ ਨਹੀਂ ਹੈ ਵੀ ਉਹੀ ਦੇਸ਼ ਦੀ ਸੁਰੱਖਿਆ ਕਰੂਗੀ। ਇਹਦਾ ਕਿਉਂ ਅਸੀਂ ਵਿਰੋਧੀ ਪਾਰਟੀ ਪੀਏਸੀ 'ਚ ਵਿਰੋਧੀ ਪਾਰਟੀ ਦਾ ਮੈਂਬਰ ਹੁੰਦਾ ਹੈ, ਹਰ ਪਾਸੇ ਵਿਰੋਧੀ ਪਾਰਟੀ ਦਾ ਸੀਬੀਆਈ ਦਾ ਡਾਇਰੈਕਟਰ ਆਉਣਾ, ਉਹਦੇ 'ਚ ਵਿਰੋਧੀ ਪਾਰਟੀ ਦਾ ਮੈਂਬਰ ਹੋ ਕਮੇਟੀ 'ਚ। ਉਹ ਇਸੇ ਕਰਕੇ ਹੀ ਹੈ ਕਿ ਪਾਰਟੀਆਂ ਸਾਰੀਆਂ ਦੇ ਕੁਛ ਨਾ ਕੁਛ ਉਹਨਾਂ ਦਾ ਵਿਚਾਰ ਉਹਦੇ 'ਚ ਵਿਅਕਤ ਹੋਵੇ ਜਦ ਵੀ ਕੋਈ ਤੁਸੀਂ ਮੁੱਖ ਜਿਹੜੇ ਅਹੁਦੇ, ਕਿਉਂਕਿ ਸਰਕਾਰ ਨੇ ਤਾਂ ਚੱਲਣਾ ਨਾ, ਪਾਰਟੀ ਤਾਂ ਕੋਈ ਵੀ ਆ ਸਕਦੀ ਹੈ, ਰਾਜ ਨੇ ਤਾਂ ਚੱਲਣਾ, ਦੇਸ਼ ਨੇ ਤਾਂ ਚੱਲਣਾ। ਉਹ ਪਰ ਇਹ ਉਹਨਾਂ ਨੂੰ ਕੱਢ ਦੋ, ਉਹਨਾਂ ਦੀ ਰਾਏ ਨਾਲ ਲਓ, ਹਰ ਚੀਜ਼ ਨੂੰ ਬੁੱਕਲ 'ਚ ਗੁੜ ਭੰਨਣਾ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਬੁੱਕਲ 'ਚ ਗੁੜ ਭੰਨਣਾ ਚਾਹੁੰਦੇ ਨੇ। ਇਹਨਾਂ ਨੇ ਹਥਿਆਰਾਂ ਦਾ ਜੋ ਐਲੀਗੇਸ਼ਨ ਆ ਉਹ ਤਾਂ ਇਹ ਹੈ ਹੁਣ ਕਿ 2 ਮਿਲੀਅਨ ਡਾਲਰ ਦੇ ਹਥਿਆਰਾਂ ਦਾ ਸੌਦਾ ਕਰਿਆ ਸੀ, ਉਹਦੇ ਵਿੱਚ ਪੈਗਾਸਸ ਦਾ ਸੀ। ਉਹਦੇ ਵਿੱਚ ਇਹਨਾਂ ਨੇ ਇੱਕ ਜਣੇ ਖਣੇ ਨੂੰ ਵੀ, ਜਿਹਨੂੰ ਵੀ ਉਹ ਹੁੰਦਾ ਨਾ ਵੀ ਹੱਲੋ ਮਚਾਤੀ ਵੀ ਇਹਨੂੰ ਵੀ ਕਰ ਲਓ, ਇਹਨੂੰ ਵੀ ਕਰ ਲਓ, ਜਿਹਨੇ ਮਰ ਜੀ ਇੱਕ ਲਫ਼ਜ਼ ਕਿਹਾ ਉਸੇ ਦੀ ਸਪਾਈਂਗ ਸ਼ੁਰੂ ਕਰ ਦਿਓ। ਉਹਦੇ ਵਿੱਚ ਕਦੀ ਸਪਾਈਂਗ ਤੇ ਨਹੀਂ ਰਹੇ। ਇੱਕ ਪੈਗਾਸਸ ਜਿਹੜਾ ਇਹ ਸੌਫਟਵੇਅਰ ਹੈ, ਮਾਲਵੇਅਰ ਕਹਿੰਦੇ ਅਸੀਂ ਇਹਨੂੰ ਆਪਦੀ ਭਾਸ਼ਾ 'ਚ। ਇਹ ਮਾਲਵੇਅਰ ਕੀ ਹੈ? ਇਹਨਾਂ ਨੇ ਇੱਥੇ ਨਹੀਂ ਟਿਕੇ। ਇਹ ਜਿਵੇਂ ਪੁਲਿਸ ਵਾਲੇ ਕਰਦੇ ਨਾ, ਕਿਸੇ ਦੇ ਘਰੇ ਫੀਮ ਸੁੱਟ ਕੇ ਉਹਨੂੰ ਫਸਾਉਂਦੇ ਨੇ, ਕਿਸੇ ਦੇ ਘਰੇ ਨਜਾਇਜ਼ ਪੈਸਾ ਸੁੱਟ ਕੇ ਉਹਨੂੰ ਫਸਾਉਂਦੇ ਨੇ, ਕਿਸੇ ਦੇ ਘਰੇ ਬੰਬ ਰੱਖ ਕੇ ਉਹਨੂੰ ਫਸਾ ਸਕਦੇ ਨੇ। ਇਹ ਉਹ ਕੰਮ ਹੈ। ਮਾਲਵੇਅਰ ਇਹ ਕਰਦਾ ਹੈ ਕਿ ਤੁਹਾਡੇ ਲੈਪਟਾਪ 'ਚ, ਤੁਹਾਡੇ ਕੰਪਿਊਟਰ 'ਚ ਉਹੀ ਝੂਠਾ ਹੀ ਡਾਟਾ ਪਾ ਦੂਗਾ ਇਹ ਜਿਹਾ, ਜਿਹ 'ਚੋਂ ਤੁਸੀਂ ਦੇਸ਼ ਧਰੋਹੀ ਪ੍ਰੂਵ ਹੋਇਓ। ਆਹ ਜਿਹੜਾ ਸੁਧਾ ਭਾਰਦਵਾਜ ਹੋਰਾਂ ਵਾਲਾ ਕੇਸ ਹੈ, ਜਿਹੜਾ ਭੀਮਾ ਕੋਰੇਗਾਂਵ ਵਾਲੇ ਕੇਸ 'ਚ ਫਸੇ ਹੋਏ ਸੀ ਸਾਰੇ, ਉਹਨਾਂ ਦੇ ਤਾਂ ਹੁਣ ਸਾਬਤ ਹੋ ਗਿਆ ਨਾ ਵੀ ਇਹਨਾਂ ਨੇ ਆਪ ਹੀ ਚਿੱਠੀਆਂ ਪਾਈਆਂ ਸੀ ਮਹਿਕਮਿਆਂ ਨੇ ਉਹਦੇ ਵਿੱਚ, ਪੈਗਾਸਸ ਦੇ ਰਾਹੀਂ, ਮਤਲਬ ਪੈਗਾਸਸ ਕਹਿ ਲਓ, ਮਾਲਵੇਅਰ ਦੇ ਰਾਹੀਂ ਉਹਨਾਂ ਦੇ ਕੰਪਿਊਟਰ 'ਚ ਪਾ ਕੇ ਸਬੂਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੀ। ਸੋ ਇਹ ਅੱਜ ਸਾਡਾ ਦੇਸ਼ ਬੜੇ ਹੀ ਗਰਕੀ ਵੱਲ ਨੂੰ ਜਾ ਰਿਹਾ ਹੈ, ਕਿਸੇ ਟੋਏ ਵੱਲ ਨੂੰ ਜਾ ਰਿਹਾ। ਜਿਹੜਾ ਅਸੀਂ 70 ਸਾਲ 'ਚ ਬਣਾਇਆ ਸੀ, ਇਹ ਨਹੀਂ ਮੈਂ ਕਹਿੰਦਾ ਵੀ ਉਦੋਂ ਬਹੁਤ ਕੁਝ ਚੰਗਾ ਸੀ। 17 ਸਾਲਾਂ 'ਚ ਜਿਹੜਾ ਕੁਝ ਵੀ ਅਸੀਂ ਕਰਿਆ ਸੀ, ਚੰਗਾ ਜਾਂ ਮਾੜਾ, ਉਹਦੇ 'ਚੋਂ ਮਾੜੇ ਨੂੰ ਵਧਾਤਾ ਇਹਨਾਂ ਨੇ, ਚੰਗੇ ਨੂੰ ਢਾਤਾ। ਗੱਲ ਤਾਂ ਇੰਨੀ ਹੈ। ਸੋ ਸਾਰਾ ਜਦ ਤੁਸੀਂ ਆਪਦਾ ਚੰਗਾ ਢਾਉਣਾ ਸ਼ੁਰੂ ਕਰ ਦਿਓ, ਕੂੜਾ ਕਰਕਟ ਇਕੱਠਾ ਕਰਨਾ ਸ਼ੁਰੂ ਕਰ ਦਿਓ, ਫਿਰ ਤਾਂ ਕੋਈ ਅੰਤ ਨਹੀਂ ਰਹਿੰਦਾ। ਹੁਣ ਇਹਨਾਂ ਦੀ ਮੰਤਰੀ ਹੈ ਮੀਨਾਕਸ਼ੀ ਲਿਖਿਆ, ਉਹਨੇ ਪਿੱਛੇ ਜੋ ਕੁਛ ਜਿਹੋ ਜਿਹੀ ਬਿਆਨਬਾਜ਼ੀ ਕਰੀ, ਜੋ ਕੁਛ ਕਰਦੇ ਨੇ, ਕੱਲ੍ਹ ਫਿਰ ਬਿਆਨਬਾਜ਼ੀ ਕਰਤੀ ਵੀ ਪੰਜਾਬ ਦਾ ਤਾਂ ਜੀ ਕੇਂਦਰ ਨੇ ਵਿਕਾਸ ਕਰਿਆ। ਉਹਨੂੰ ਪੁੱਛੋ ਵੀ ਕੇਂਦਰ ਕੋਈ ਆਪਦੇ ਜੇਬ 'ਚੋਂ ਪੈਸੇ ਲੈ ਕੇ ਆਇਆ? ਭਾਰਤ ਦਾ ਸਰਕਾਰ ਦਾ ਪੈਸਾ, ਅਸੀਂ ਟੈਕਸ ਦਿੰਦੇ ਹਾਂ, ਸਾਡੇ ਇਨਕਮ ਟੈਕਸ ਪੰਜਾਬ 'ਚੋਂ ਵੀ ਤਾਂ ਜਾ ਰਿਹਾ, GST ਸਾਡੇ ਪੰਜਾਬ 'ਚੋਂ ਵੀ ਜਾ ਰਿਹਾ ਕੇਂਦਰ ਵਾਲਾ, ਸਾਡੇ ਪੰਜਾਬ 'ਚੋਂ ਵੀ ਪੈਟਰੋਲ ਦੇ ਉੱਤੇ ਟੈਕਸ ਜਾ ਹੀ ਰਿਹਾ ਕੇਂਦਰ ਨੂੰ, ਤੇ ਫਿਰ ਸਾਡਾ ਹੱਕ ਕਿਉਂ ਨਹੀਂ ਹੈ? ਉਹ ਸਮਝਿਆ ਵੀ ਕੇਂਦਰ ਸਾਨੂੰ ਕੋਈ ਦਾਨ ਕਰ ਰਿਹਾ ਹੈ। ਸੋ ਜਦ ਮਾਨਸਿਕਤਾ ਬੀਜੇਪੀ ਨੇ, ਜਿਹੜਾ ਹੁਣ ਦਾ ਸਾਡਾ ਹੁਕਮਰਾਨ ਹੈ, ਉਹਨੇ ਇਹ ਬਣਾਤੀ ਵੀ ਇਹ ਦੇਸ਼ ਹਿੰਦੂਆਂ ਦਾ, ਇਹਦੇ ਵਿੱਚ ਆਹ 4 ਹਿੰਦੂ ਨੇ ਜਿਹਦੇ ਰਾਖੇ ਨੇ, ਬਾਕੀ ਹਿੰਦੂ ਵੀ ਇਹਦਾ ਕੁਛ ਨਹੀਂ ਲੱਗਦੇ, ਇਹ ਇਹਦੇ ਰਾਖੇ ਨੇ। ਇਹ ਜੋ ਕਰਨ, ਚੰਗਾ ਕਰਨ, ਮਾੜਾ ਕਰਨ, ਪੁੱਠਾ ਕਰਨ, ਸਿੱਧਾ ਕਰਨ, ਇਹਨੂੰ ਮੰਨਣਾ ਪਏਗਾ। ਔਰ ਇਹ ਇਹਨਾਂ ਦੀ ਮਾਨਸਤਾ ਅੱਜ ਦੀ ਨਹੀਂ, ਇਹ RSS ਜਿੱਦਾਂ ਦਾ ਬਣਿਆ, RSS ਦੀ ਮਾਨਸਤਾ ਇਹੀ ਹੈ ਵੀ ਜੋ ਉਤਨੇ ਕਹਿਤਾ ਉਹਨੂੰ ਸਵਾਲ ਨਹੀਂ ਕਰਨਾ, ਜੋ ਮਰਜ਼ੀ ਕਹਿ ਦੇ ਉਹੀ ਥੱਲੇ ਤੱਕ ਨਹੀਂ, ਭੀੜ ਤੰਤਰ ਬਣਾ ਕੇ ਤੇ ਲੈ ਜਾਣਾ। ਹੁਣ ਜਦ ਇੱਕ ਆਰਗੇਨਾਈਜੇਸ਼ਨ ਲਗਾਤਾਰ ਭੰਗੂ ਜੀ ਭੀੜ ਤੰਤਰ 'ਚ ਹੀ ਕੰਮ ਕਰਦੀ ਰਹੀ ਹੈ, ਉਹ ਸਰਕਾਰ ਜਾ ਕੇ ਵੀ ਤਾਂ ਭੀੜ ਤੰਤਰ ਦਾ ਕੰਮ ਹੀ ਕਰੇਗੀ। ਇਹ ਹੈਗਾ ਪੈਗਾਸਸ ਦੀ ਇਹਨਾਂ ਦੀ ਕਹਾਣੀ। ਹੁਣ ਦੂਜਾ ਪਾਸਾ, ਜਿਵੇਂ ਰਫੇਲ 'ਚ ਨਾ ਕਰੀ ਕੋਰਟਾਂ ਨੂੰ, ਜਿਵੇਂ ਇਸ 'ਚ ਨਾ ਕਰੀ ਕੋਰਟਾਂ ਨੂੰ, ਆਪ ਤਾਂ ਵੀ ਬਹੁਤ ਫਲਾਣਾ ਰੋਜ਼ ਹੀ ਕੱਢ ਕੇ ਖੜਾ ਹੋ ਜਾਂਦੇ ਨੇ ਕਿਸੇ ਨਾ ਕਿਸੇ ਇਸ਼ੂ ਨੂੰ, ਨੌਨ ਇਸ਼ੂ ਨੂੰ। ਆਪ ਆਪਦੀ ਹਰ ਗੱਲ ਨੂੰ ਲੁਕਾਉਂਦੇ ਨੇ। ਜਿੱਦਾਂ ਇਹ ਨਾ ਪੱਤਰੇ ਖੁੱਲ੍ਹਣੇ ਸ਼ੁਰੂ ਹੋਏ, ਮੈਨੂੰ ਲੱਗਦਾ ਨਹੀਂ ਵੀ ਹਿਟਲਰ ਤੋਂ ਘੱਟ ਗਤੀ ਹੋਵੇ ਮੋਦੀ ਸਾਹਿਬ ਦੀ। ਹਿਟਲਰ ਵਰਗੀ ਹੋਊਗੀ ਮੋਦੀ ਸਾਹਿਬ ਨਾਲ, ਕਿਉਂਕਿ ਜਿੰਨੇ ਪਾਪ ਇਹਨਾਂ ਨੇ ਕਰ ਲਏ, ਜਿੰਨੇ ਪਾਪ ਇਹ ਹੋਰ ਕਰੀ ਜਾ ਰਹੇ ਨੇ, ਉਹ ਪਾਪ ਬੰਦ ਨਹੀਂ ਹੋਣੇ। ਅੱਜ ਕੀ ਕਹਿਣ ਲੱਗਦੇ ਨੇ? ਹੱਦ ਇਹ ਹੈ ਵੀ ਜਿਹੜੇ ਰੱਖਿਆ ਦੇ ਵਿੱਚ ਐਡੇ ਉੱਚੇ ਅਹੁਦੇ ਤੇ ਰਹੇ ਨੇ, ਉਹ ਇਹਨਾਂ ਦੇ ਮੰਤਰੀ ਨੇ। ਉਹ ਕਹਿੰਦੇ, ਜਿਹੜਾ ਨਿਊਯਾਰਕ ਟਾਈਮ ਹੈ, NYT ਕਹਿੰਦੇ ਨੇ, ਕਿ ਨਿਊਯਾਰਕ ਟਾਈਮ ਤਾਂ ਕਹਿੰਦੇ ਇਹ ਤਾਂ ਇੱਕ ਕਿਸਮ ਦਾ ਏਜੰਸੀ ਦਾ ਕੰਮ ਕਰਦਾ ਹੈ। ਸੁਪਾਰੀ ਮੀਡੀਆ ਤੱਕ ਕਿਹਾ ਗਿਆ, ਸੁਪਾਰੀ ਹੋਈ ਪੈਸੇ ਲੈ ਕੇ ਕੰਮ ਕਰਦਾ। ਸੁਪਾਰੀ ਕੀ ਹੁੰਦੀ? ਪੈਸੇ ਲੈ ਕੇ ਕੰਮ ਕਰਦਾ ਨਾ। ਸੋ ਜਦ ਤੁਸੀਂ ਦੋਸ਼ ਇਹ ਲਾਉਣ ਲੱਗ ਜਾਓ ਕਿ ਇਹ ਤਾਂ ਸੁਪਾਰੀ ਮੀਡੀਆ ਹੈ, ਐਡੇ ਵੱਡੇ ਮੀਡੀਆ ਦੇ ਉੱਤੇ, ਇਹ ਵੀ ਨਹੀਂ ਉਹਨਾਂ ਨੂੰ ਪਤਾ ਵੀ ਭਾਈ ਇਹ ਦੂਜੇ ਦੇਸ਼ ਦਾ ਮੀਡੀਆ, ਇਹੋ ਜਿਹੀ ਗੱਲ ਕਹਿਣੀ ਚੰਗੀ ਨਹੀਂ ਹੈ, ਇਹਦੇ ਨਾਲ ਸਾਡੇ ਰਿਲੇਸ਼ਨ 'ਚ ਵੀ ਫਰਕ ਪਊਗਾ। ਤੁਸੀਂ ਆਪਦੇ ਸਰਕਾਰੀ ਤੌਰ ਤੇ ਬਿਆਨਬਾਜ਼ੀ ਕਰਨੀ ਹੈ ਤਾਂ ਕੋਈ ਡਾਕੂਮੈਂਟ ਨਾਲ ਕਰੋ ਵੀ ਇਹਨੇ ਆਹ ਖਬਰ ਲਾਈ ਹੈ, ਇਹ ਖਬਰ ਝੂਠੀ ਹੈ। ਤੁਸੀਂ ਦੋਸ਼ ਰੋਪਣ ਕਰ ਰਹੇ ਹੋ ਵੀ ਉਹ ਤਾਂ ਜੀ ਸੁਪਾਰੀ ਮੀਡੀਆ ਹੈ। ਇਹਨਾਂ ਨੂੰ ਇਹ ਪਤਾ ਨਹੀਂ ਹੈ NYT ਇੰਨਾ ਤਕੜਾ ਸ਼ਕਤੀਸ਼ਾਲੀ ਹੈ ਵੀ ਇਹ ਮੰਤਰੀ ਜੀ ਨਾ ਭਿਆਨ ਕਰਾ ਦੇਗਾ ਜੇ ਉਹਨਾਂ ਨੇ ਇਹਦੇ 'ਚ ਕੇਸ ਕਰਤਾ ਵੀ ਤੂੰ ਸਾਨੂੰ ਸੁਪਾਰੀ ਕਿਵੇਂ ਕਿਹਾ। ਸੁਪਾਰੀ ਮੀਡੀਆ ਕਹਿਣਾ ਇੰਨਾ ਸੌਖਾ ਨਹੀਂ ਹੈ। ਇੱਥੇ ਵਾਲਾ ਕੰਮ ਨਹੀਂ ਵੀ ਜਿਹਨੂੰ ਮਰਜ਼ੀ ਗਦਾਰ ਕਹਿ ਦੋ। ਬਿਲਕੁਲ।
ਹਾਂ, ਇਹ ਭੁਲੇਖੇ 'ਚ ਨੇ, ਇਹਨਾਂ ਨੇ ਸੋਚਿਆ ਇਹਨਾਂ ਨੂੰ ਮੂੰਹ ਪੈ ਗਿਆ। ਔਰ ਫਿਰ ਮੈਂ ਤੁਹਾਨੂੰ ਹੋਰ ਦੱਸਣਾ, ਇਹ ਦੇਸ਼ ਦੀ ਬੇਇੱਜ਼ਤੀ ਕਰਾਉਣਗੇ। ਇਹ ਇੰਨਾ ਪੂਛ ਦਬਾ ਕੇ ਭੱਜਦੇ ਨੇ। ਨਿਊਜ਼ੀਲੈਂਡ 'ਚ ਇਹਨਾਂ ਦੇ ਇੱਕ ਬੰਦੇ ਨੇ ਕੁਛ ਨਾ ਕੁਛ ਕਹਿਤਾ, ਉਹ ਬੀਬੀ ਜਿਹੜੀ ਸੀ ਪ੍ਰਧਾਨ, ਉਹਨੇ ਆਖਿਆ ਵੀ ਤੁਸੀਂ ਇੱਥੇ ਐਂ ਬੋਲਦੇ ਹੋ ਮੁਸਲਮਾਨਾਂ ਦੇ ਬਾਰੇ, ਚੱਲ ਨਿਕਲ ਬਾਹਰ। ਫਿਰ ਪੈਰੀਂ ਹੱਥ ਲਾਉਣ ਲੱਗ ਗਿਆ। ਇਹ ਤਾਂ ਮਿੰਟਾਂ ਜਿਹੜੇ ਵੱਡੇ ਇੱਥੇ ਆਪਾਂ ਪੰਜਾਬ 'ਚ ਨਹੀਂ ਦੇਖੇ ਸੀ, ਜਿਹੜੇ ਕਿਸਾਨਾਂ ਨੂੰ ਬਾਹਲਾ ਮੈਂ ਤਾਂ ਕਹਿੰਦਾ ਇੱਕ ਦਿਨ 'ਚ ਠੀਕ ਕਰ ਦੂੰ, ਮੁੜ ਕੇ ਪੈਰੀਂ ਹੱਥ ਲਾਉਣ ਲੱਗੇ ਨਾਲ ਦੀ ਨਾਲ। ਜਦੋਂ ਉਹਨੇ ਪਤਾ ਲੱਗਿਆ ਵੀ ਤਾਂ ਸਾਨੂੰ ਪੈ ਗਏ। ਇਹ ਇਹਦਾ ਮਤਲਬ ਹੈ ਵੀ ਲੋਕਾਂ ਨੂੰ ਇਹੋ ਜਿਹਾ ਸਿਖਾਈ ਦਿੰਦੇ ਨੇ ਵੀ ਬੋਲੀ ਜਾਓ, ਜੋ ਮਰਜ਼ੀ ਕਹਿ ਲਓ, ਜਿਹਦੀ ਮਰਜ਼ੀ ਪੱਗ ਲਾ ਦਿਓ, ਜਿਹਦਾ ਮਰਜ਼ੀ ਸਪਾਈਨ ਕਰ ਲਓ, ਜੋ ਮਰਜ਼ੀ ਦੋਸ਼ ਲਾ ਦਿਓ, ਕਿਉਂਕਿ ਜੇ ਅਗਲਾ ਤੁਹਾਡੇ ਪਿੱਛੇ ਪੈ ਜੇ ਫਿਰ ਪੈਰੀਂ ਹੱਥ ਲਾ ਦਿਓ। ਹੁਣ ਦੇਸ਼ 'ਚ ਤਾਂ ਪੈਰੀਂ ਹੱਥ ਲਾਈ ਜਾਣ, ਦੇਸ਼ 'ਚ ਤਾਂ ਇੱਕ ਦੂਜੇ ਤੇ ਦੋਸ਼ ਦੇਈ ਜਾਣ, ਫਿਰ ਚਲੋ ਆਪਣਾ ਇੰਟਰਨਲ ਮਾਮਲਾ ਹੈ, ਅੰਦਰੂਨੀ ਮਾਮਲਾ ਹੈ, ਬੰਦਾ ਕਹਿੰਦਾ ਚੱਲ ਯਾਰ ਆਪਣਾ ਦੇਸ਼ ਹੀ ਹੈ। ਜਿਹੜਾ ਨਿਊਯਾਰਕ ਟਾਈਮਜ਼ ਹੈ, ਉਹ ਇਹਨਾਂ ਨੂੰ, ਇਹਨਾਂ ਦੇ ਮੰਤਰੀ ਦੀ ਕੀ ਪਰਵਾਹ ਕਰਦਾ ਹੈ? ਇਹ ਜੇ 3600 ਮੰਤਰੀ ਉਹਨਾਂ ਕੋਲ ਨੌਕਰ ਰੱਖੇ ਹੋਏ ਨੇ। ਉਹਨਾਂ ਦੇ ਕੋਲ ਤਾਂ ਐਡੀ ਵੱਡੀ ਆਰਗੇਨਾਈਜੇਸ਼ਨ ਹੈ, ਉਹ ਕਹੇਗਾ ਤੂੰ ਮੈਨੂੰ ਇਹ ਦੱਸ, ਸਾਨੂੰ ਸਾਬਤ ਕਰ ਵੀ ਅਸੀਂ ਸਪਾਰੀ ਮੀਡੀਆ। ਫਿਰ ਕਿਵੇਂ ਸਾਬਤ ਕਰੇਗਾ? ਉਹ ਤੱਥਾਂ ਸਹਿਤ ਦਿੰਦਾ ਕਿ ਦੇਖੋ ਨਿਊਯਾਰਕ ਟਾਈਮ ਨੇ ਆਹ ਖਬਰ ਲਾਈ ਹੈ, ਇਹਦੇ 'ਚ ਉਹਨੇ ਆਹ ਕੁਛ ਲਿਖਿਆ, ਆਹ ਸਾਡੇ ਕੋਲ ਡਾਕੂਮੈਂਟਰੀ ਪ੍ਰੂਫ ਨੇ, ਦਸਤਾਵੇਜ਼ੀ ਸਬੂਤ ਨੇ ਕਿ ਇਹਨੇ ਗਲਤ ਲਿਖਿਆ। ਫਿਰ ਤਾਂ ਸਾਡਾ ਸਿਰ ਹੁੰਦਾ ਉੱਚਾ। ਹੁਣ ਕਹਿੰਦਾ ਸਪਾਰੀ, ਇੱਕ ਮੰਤਰੀ ਕਹਿੰਦਾ, ਔਰ ਜਿਹੜਾ ਰੱਖਿਆ ਦਾ ਐਡਾ ਵੱਡਾ ਅਧਿਕਾਰੀ ਰਿਹਾ, ਮੁਖੀ ਰਿਹਾ, ਉਹ ਜਦ ਕਹਿੰਦਾ ਹੈ ਤਾਂ ਉਹਦੇ ਨਾਲ ਸਾਡੀ ਬੇਇੱਜ਼ਤੀ ਕਰੀਏ ਉਹਨੇ, ਕਿਉਂਕਿ ਤੂੰ ਬੋਲਿਆ ਹੀ ਇਹੋ ਜਿਹਾ ਤੁਸੀਂ ਕਹਿ ਦਿੱਤਾ, ਦੋਸ਼ ਲਾਤਾ ਉਹਨਾਂ ਦੇ ਉੱਤੇ, ਜਿਹੜਾ ਦੋਸ਼ 2 ਘੜੀ ਬੰਦਾ ਕਿਸੇ ਤੇ ਲਾਉਣ ਤੋਂ 100 ਵਾਰੀ ਗਰੇਜ ਕਰਦਾ, ਤੇ ਤੂੰ ਦੂਜੇ ਦੇਸ਼ ਤੇ ਲਾਇਆ। ਹੁਣ ਉਹ ਜੇ ਸਾਡੇ ਪਿੱਛੇ ਪੈ ਗਏ ਫਿਰ ਸਾਡੀ ਬੇਇੱਜ਼ਤੀ ਹੋਊਗੀ। ਇਹਦੇ ਉਲਟ ਜਦ ਇੱਜ਼ਤ ਦਾ ਸਵਾਲ ਹੁੰਦਾ ਹੈ, ਮੈਂ ਤੁਹਾਨੂੰ ਦੋਏ ਮੁਕਾਬਲਾ ਦੱਸਦਾ ਕੀ ਫਰਕ ਹੈ ਇਹ ਹੁੰਦੇ ਸਿਆਸਤਦਾਨਾਂ ਤੇ ਪੁਰਾਣਿਆਂ 'ਚ। ਇਹ ਜਦ ਇੰਦਰਾ ਗਾਂਧੀ ਹਾਰ ਗਈ, ਉਦੋਂ ਬਾਅਦ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ ਸੀ ਦੇਸ਼ ਦੇ। ਜਨਤਾ ਸਰਕਾਰ ਕਹਿੰਦੇ ਸੀ ਉਹਨੂੰ। ਉਹਨਾਂ ਦੇ ਉੱਤੇ ਕਿਸੇ ਵਿਦੇਸ਼ੀ ਮੀਡੀਆ ਨੇ ਚਾਰਜ ਲਾਤਾ ਵੀ ਇਹ ਤਾਂ CIA ਦੇ ਏਜੰਟ ਨੇ। ਉਹਨਾਂ ਨੇ ਕੁਛ ਨਹੀਂ ਕਿਹਾ, ਉਹਨਾਂ ਨੇ ਚੱਕ ਕੇ ਮੁਕੱਦਮਾ ਪਾਤਾ, ਉਹ ਮੁਕੱਦਮਾ ਜਿੱਤੇ। ਉਹਦੀ ਬੂਹ ਸਲਵਾਤੀ ਬਾਹਰਲੇ ਆਰਗੇਨਾਈਜੇਸ਼ਨ ਦੀ, ਜਿਹਨੇ ਮਤਲਬ ਇਹੋ ਜਿਹਾ ਇੱਕ ਲਫ਼ਜ਼ ਬੋਲਿਆ ਸੀ। ਉਹਨੇ ਕਿਹਾ ਸੀ ਏਜੰਟ ਹੈ CIA ਦਾ। ਉਹ ਮੁਕੱਦਮਾ ਹਾਰੀ ਆਰਗੇਨਾਈਜੇਸ਼ਨ ਨੂੰ, ਜੁਰਮਾਨਾ ਭਰਨਾ ਪਿਆ, ਸਭ ਕੁਛ ਕਰਨਾ ਪਿਆ। ਇੱਕ ਪਾਸਾ ਇਹ ਸੀ। ਉਦੋਂ ਅਸੀਂ ਬੜੇ ਰਾਸ਼ਟਰਵਾਦੀ ਨਹੀਂ ਸੀਗੇ, ਅੱਜ ਵਾਲੇ ਤਾਂ ਇਹ ਰਾਸ਼ਟਰਵਾਦੀ ਨੇ ਨਾ, ਉਦੋਂ ਅਸੀਂ ਰਾਸ਼ਟਰਵਾਦੀ ਨਹੀਂ ਸੀਗੇ। ਉਦੋਂ ਅਸੀਂ ਚੋਰ ਚੱਕੇ ਸੀਗੇ, ਅਸੀਂ ਉਦੋਂ ਗਰੀਬ ਸੀਗੇ, ਪਰ ਤਾਂ ਵੀ ਅਸੀਂ ਉਹਦੀ ਬੂਥ ਦਵਾਈ, ਜਿਹਨੇ ਸਾਡੇ ਤੇ ਲਾਂਛਨ ਲਾਇਆ ਸੀ। ਅੱਜ ਤਾਂ ਅਸੀਂ ਬੜੇ ਤਕੜੇ ਹਾਂ, ਪਰ ਅੱਜ ਅਸੀਂ ਉਹਨੂੰ ਤੱਥਾਂ ਸਹਿਤ ਜਵਾਬ ਦੇਣ ਦੀ ਬਜਾਏ ਅਸੀਂ ਦੋਸ਼ਾਰੋਪਣ ਕਰਕੇ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ 'ਚ ਸਾਡੇ ਦੇਸ਼ ਦੀ, ਇਹ ਤਾਂ ਕਹਿੰਦੇ ਅਸੀਂ ਦੇਸ਼ ਦੀ ਇੱਜ਼ਤ ਕਰਨਾ, ਸਾਡੇ ਦੇਸ਼ ਦੀ ਬੇਇੱਜ਼ਤੀ ਹੋਊਗੀ। ਜਦ ਸਾਡੇ ਘਰ ਦਾ ਕੋਈ ਜਵਾਕ ਵੀ ਕਿਸੇ ਬਜ਼ੁਰਗ ਨੂੰ ਜਾ ਕੇ ਗੁਆਂਢੀ ਨੂੰ ਗਾਲ ਕੱਢਿਆ ਆਵੇ, ਤੇ ਸਿਰ ਤਾਂ ਸਾਡਾ ਨੀਵਾਂ ਹੁੰਦਾ ਹੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਫਿਰ ਕੀ ਹੋ ਗਿਆ ਜੇ ਗਾਲ ਕੱਢਤੀ। ਸੋ ਜਦ ਤੁਸੀਂ ਗੁਆਂਢੀ ਮੁਲਕ ਦੀ ਪ੍ਰੈਸ ਨੂੰ ਦੂਜੇ ਮੁਲਕ ਦੀ ਪ੍ਰੈਸ ਦੇ ਉੱਤੇ ਦੋਸ਼ ਲਾ ਰਹੇ ਹੋ ਵੀ ਸਪਾਰੀ ਮੀਡੀਆ ਹੈ, ਤਾਂ ਇਹ ਬਹੁਤ ਸੋਚ ਕੇ ਲਾਉਣਾ ਹੁੰਦਾ। ਇਹਦਾ ਮਤਲਬ ਸਾਡੇ ਤਾਂ ਜ਼ਬਾਨ ਤੇ ਕੰਟਰੋਲ ਹੀ ਨਹੀਂ। ਅਸੀਂ ਤਾਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਹਿ ਦਈਏ, ਜਿਹੜਾ ਸਾਡੇ। ਸੋ ਇਹ ਜਿਹੜਾ ਹੈਗਾ ਇਹ ਬੜਾ ਡੇਂਜਰਸ ਹੈ। ਪਰ ਮੈਂ ਕਹਾਂਗਾ ਵੀ ਹੁਣ ਕਿਉਂਕਿ ਸੈਸ਼ਨ ਚੱਲਣਾ ਹੈ, ਬਜਟ ਸੈਸ਼ਨ ਹੋਣਾ ਹੀ ਹੋਣਾ ਹੈ, ਤੇ ਹੁਣੀ ਕਈਆਂ ਨੇ ਇਹਨਾਂ ਦੇ ਜਿਹੜੇ ਮੀਡੀਆ ਦੇ ਹੱਕਾਂ ਨੇ, ਲਓ ਜੀ ਹੁਣ ਇਹ ਪੈਗਾਸਸ ਦਾ ਰੌਲਾ ਪਿਆ ਰਹਿਣਾ ਹੈ, ਪਹਿਲਾਂ ਪਾਰਲੀਮੈਂਟ 'ਚ ਕੁਛ ਨਹੀਂ ਹੋਣ ਦਿੱਤਾ, ਹੁਣ ਨਹੀਂ ਕੁਛ ਹੋਣ ਦੇਣਾ, ਸ਼ੁਰੂ ਹੋ ਗਿਆ। ਔਰ ਉਹ ਵੀ ਜਿਹੜੇ ਆਪਦੇ ਆਪ ਨੂੰ ਮਤਲਬ ਬੜੇ ਖਾਸ ਘੱਟ ਗਿਣਤੀਆਂ ਦੇ ਵੀ ਨੁਮਾਇੰਦਾ ਮੀਡੀਆ ਕਹਿੰਦੇ ਨੇ, ਕਿਉਂਕਿ ਉਹਦੀ ਗੱਲ ਰੋਜ਼ ਹੀ ਤੋਂ ਪਤਾ ਲੱਗਦਾ ਹੈ ਵੀ ਉਹ ਮੀਡੀਆ ਤਾਂ ਸਰਕਾਰ ਦੇ, ਉਹ ਤਾਂ ਨਾਮ ਹੀ ਹੈ ਘੱਟ ਗਿਣਤੀ ਵਾਲਾ, ਤਾਂ ਉਹ ਚੱਲਦਾ ਤਾਂ ਸਰਕਾਰ ਦੀ ਉਸ ਦੇ ਨਾਲ ਹੀ ਹੈ, ਜੋ ਸਰਕਾਰ ਚਾਹੁੰਦੀ ਹੈ ਉਹ ਕੁਛ ਹੋ ਰਿਹਾ ਕੇਂਦਰ ਦੀ। ਸੋ ਉਹਦੇ ਵਿੱਚ ਕੀ ਹੁੰਦਾ ਹੈ ਕਈ ਵਾਰੀ ਵੀ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਤੁਸੀਂ ਚਲਾਉਂਦੇ ਕਾਹਦੇ ਵਾਸਤੇ ਹੋ? ਚਲਾਉਂਦੇ ਇਸ ਵਾਸਤੇ ਹੋ ਕਿ ਦੇਸ਼ ਦਾ ਭਲਾ ਹੋਵੇ। ਜੇ ਕੋਈ ਗੱਲ ਬਿਨਾਂ ਮਤਲਬ ਦੇ ਖਰਾਬ ਕਰ ਰਿਹਾ ਦੇਸ਼ ਨੂੰ, ਉਹਨੂੰ ਉੱਥੇ ਨੰਗਾ ਕੀਤਾ ਜਾਵੇ, ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਪਾਰਲੀਮੈਂਟ ਹਾਊਸ 'ਚ। ਦੂਜਾ, ਜੇ ਉਹਨੂੰ ਠੀਕ ਕਰਿਆ ਜਾ ਸਕਦਾ ਤਾਂ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰੀ ਜਾਵੇ। ਤੀਜਾ, ਜੇ ਕੋਈ ਦੋਸ਼ ਆਰੋਪਣ ਝੂਠਾ ਕਰਦਾ ਹੈ ਤਾਂ ਉੱਥੇ ਪਾਰਲੀਮੈਂਟ 'ਚ ਦੂਜੀ ਧਿਰ ਆਪਦਾ ਦਿਖਾ ਦੇ ਵੀ ਭਾਈ ਇਹ ਤੁਸੀਂ ਝੂਠਾ ਦੋਸ਼ ਲਾ ਰਹੇ ਹੋ, ਗੱਲ ਤਾਂ ਸੱਚੀ ਆਹ ਹੈ। ਕੰਮ ਤਾਂ ਪਾਰਲੀਮੈਂਟ ਦਾ ਇਹ ਹੈ, ਇਕੱਲੇ ਬਿੱਲ ਤਾਂ ਉਹ ਆਰਡੀਨੈਂਸ ਕਰਕੇ ਹੀ ਪਾਸ ਨਹੀਂ ਕਰੀ ਜਾਂਦੇ। ਸੋ ਪਾਰਲੀਮੈਂਟ ਐ ਨਹੀਂ ਵੀ ਪਾਰਲੀਮੈਂਟ ਰੁਕਦੀ ਹੈ, ਪਾਰਲੀਮੈਂਟ ਚੱਲਦੀ ਹੋਈ ਤਾਂ ਹੈ। ਜੇ ਪਾਰਲੀਮੈਂਟ ਰੁਕਦੀ ਹੈ ਉਹ ਵੀ ਚੰਗਾ ਹੁੰਦਾ ਹੈ। ਸਿਗਨਲ ਤੋੜ ਕੇ ਗੱਡੀ ਜੇ ਚੱਲਦੀ ਰਹੇ, ਉਹ ਗੱਡੀ ਚੱਲੀ ਦਾ ਕੋਈ ਫਾਇਦਾ ਨਹੀਂ, ਐਕਸੀਡੈਂਟ ਕਰਦੀ ਹੁੰਦੀ ਹੈ।
ਸਿਗਨਲ ਤੇ ਆ ਕੇ ਕਈ ਵਾਰ ਰੁਕਣਾ ਵੀ ਪੈਂਦਾ ਹੈ। ਜੇ ਉਹ 2 ਘੰਟੇ ਰੁਕ ਵੀ ਗਈ ਤਾਂ ਉਹ ਐਂ ਨਹੀਂ ਵੀ ਗੱਡੀ ਠੀਕ ਹੈ, ਪੈਸੰਜਰਾਂ ਨੂੰ ਲੱਗੂਗਾ ਵੀ ਸਾਨੂੰ ਸਵਾਰੀ ਨੂੰ ਇੱਥੇ ਹੈਰਾਨ ਹੋਣਾ ਪਿਆ ਹੈ, ਪਰ ਉਹ ਰੁਕਣ ਦਾ ਕੋਈ ਮਤਲਬ ਹੁੰਦਾ ਹੈ। ਉਹ ਐਂ ਨਹੀਂ ਵੀ ਉਹੀ ਰੋਕਤੀ। ਸੋ ਇਸ ਕਰਕੇ ਜੇ ਬਿਨਾਂ ਤੁਸੀਂ ਰੋਕ ਟੋਕ ਦੇ, ਬਿਨਾਂ ਸਿਗਨਲ ਦੇ ਗੱਡੀ ਚਲਾਈ ਜਾਓਗੇ, ਫਿਰ ਐਕਸੀਡੈਂਟ ਜ਼ਿਆਦਾ ਕਰੋਗੇ। ਸੋ ਪਾਰਲੀਮੈਂਟ ਦੇ ਵਿੱਚ ਜਿਹੜੀ ਇਹ ਬਹਿਸ ਹੋਣੀ ਹੈ, ਜਿਹੜੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰਾਂ ਨੇ ਗੱਲ ਚੁੱਕਣੀ ਹੈ, ਇਹ ਬਹੁਤ ਜ਼ਰੂਰੀ ਹੈ। ਔਰ ਇਹਦੇ 'ਚ ਕੱਲੀ ਇਹੀ ਨਹੀਂ ਚੁੱਕੀ ਜਾਣੀ, ਇਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਕਿਉਂਕਿ ਇਹ ਕੀ ਹੈ, ਪੈਗਾਸਸ ਸਾਡੀ ਨਿੱਜਤਾ ਜਿਹਨੂੰ ਕਹਿੰਦੇ ਆ ਪ੍ਰਾਈਵੇਸੀ, ਸਾਡੀ ਪ੍ਰਾਈਵੇਸੀ 'ਤੇ ਹਮਲਾ ਹੈ, ਸਾਡੇ ਮੂਲ ਅਧਿਕਾਰ 'ਤੇ ਹਮਲਾ ਹੈ, ਮੌਲਿਕ ਅਧਿਕਾਰ 'ਤੇ ਹਮਲਾ ਹੈ, ਸਾਡੇ ਬੋਲਣ 'ਤੇ, ਆਪਣੀ ਰਾਏ ਦੇਣ 'ਤੇ, ਆਪਣੀ ਵੱਖਰੀ ਰਾਏ ਰੱਖਣ 'ਤੇ, ਸਰਕਾਰ ਦੀਆਂ ਨੀਤੀਆਂ ਦੀ ਉਸਾਰੂ ਆਲੋਚਨਾ ਕਰਨ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ। ਪੈਗਾਸਸ ਰਾਹੀਂ ਪਹਿਰਾ ਦਿੱਤਾ ਜਾ ਰਿਹਾ ਹੈ ਸਾਡੇ 'ਤੇ। ਹੁਣ ਇਹ ਉਹੋ ਜਿਹਾ ਪਹਿਰਾ ਹੈ ਜਿਵੇਂ ਇੱਕ ਨੌਜਵਾਨ ਲੜਕੇ ਲੜਕੀ ਦੇ ਉੱਤੇ ਉਹਦੇ ਮਾਂ-ਬਾਪ ਪਹਿਰਾ ਦੇਣਾ ਸ਼ੁਰੂ ਕਰ ਦੇਣ, ਸ਼ਾਦੀ ਤੋਂ ਬਾਅਦ ਵੀ। ਇਹ ਪਹਿਰਾ ਸਰਕਾਰ ਸਾਡੇ 'ਤੇ ਧੱਕੇ ਨਾਲ ਦੇ ਰਹੀ ਹੈ। ਸਰਕਾਰ ਨੂੰ ਇਹ ਹੱਕ ਹੀ ਨਹੀਂ ਸਾਡੇ 'ਤੇ ਇਹੋ ਜਿਹਾ ਪਹਿਰਾ ਦੇਣ ਦਾ। ਜਿੰਨਾ ਚਿਰ ਅਸੀਂ ਵਿਧੀ ਵਿਧਾਨ ਤੋਂ ਬਾਹਰ ਜਾ ਕੇ ਕੋਈ ਗੱਲ ਨਹੀਂ ਕਰਦੇ, ਉਹਨਾਂ ਨੂੰ ਕੀ ਹੱਕ ਹੈ ਵੀ ਅਸੀਂ ਕਿਵੇਂ ਰਹਿੰਦੇ ਹਾਂ, ਕਿਵੇਂ ਸੌਂਦੇ ਹਾਂ, ਕਿਵੇਂ ਖਾਂਦੇ ਹਾਂ, ਕਿਵੇਂ ਪੀਂਦੇ ਹਾਂ, ਕਿਹਦੇ ਨਾਲ ਗੱਲ ਕਰਦੇ ਹਾਂ, ਕਿਹਦੇ ਨਾਲ ਨਹੀਂ ਕਰਦੇ। ਇਹ ਸਰਕਾਰ ਨੂੰ ਕਿੱਥੋਂ ਹੱਕ ਆ ਗਿਆ? ਸੋ ਇਸ ਕਰਕੇ ਇਹ ਜਿਹੜੀ ਹੁਣ ਪਾਰਲੀਮੈਂਟ 'ਚ ਇਸ 'ਤੇ ਚਰਚਾ ਹੋਣੀ ਆ, ਮੈਂ ਤਾਂ ਕਹਾਂਗਾ ਇਹ ਦੇਸ਼ ਦੇ ਲੋਕਤੰਤਰ ਦੀ ਇੱਕ ਕਿਸਮ ਦੀ ਜੇ ਮਾੜੀ ਮੋਟੀ ਕੋਈ ਤਾਕਤ ਰਹੇਗੀ, ਉਹ ਤਾਕਤ ਨੂੰ ਵਰਤਣ ਦੀ ਨਿਸ਼ਾਨੀ ਹੋਏਗੀ। ਔਰ ਉਹਦੇ ਵਿੱਚ ਆਪੋਜੀਸ਼ਨ ਪਾਰਟੀਆਂ ਨੇ ਇੱਕ ਹੋਰ ਜਿਹੜਾ ਹੈਗਾ ਮੁੱਦਾ ਇਹਦੇ ਨਾਲ ਬਿਲਕੁਲ ਜੁੜਿਆ ਹੋਇਆ, ਇਸੇ ਤਰ੍ਹਾਂ ਹੀ ਕਰ ਰਹੇ ਨੇ ਜਿਵੇਂ ਇਹ ਸਾਡੀ ਏਕਾਧਿਕਾਰਵਾਦ ਦੀ ਰਾਹੀਂ ਸਪਾਈਂਗ ਕਰ ਰਹੇ ਨੇ। ਇਸੇ ਤਰ੍ਹਾਂ ਹੀ ਇਹ ਜਿਹੜੀ ਬਿਊਰੋਕ੍ਰੇਸੀ, ਅਫਸਰਸ਼ਾਹੀ, ਉਹਦੇ ਉੱਤੇ ਕੇਂਦਰ ਆਪਦਾ ਗਲਬਾ ਪਾਉਣਾ ਚਾਹੁੰਦਾ ਹੈ। ਉਹ ਕਹਿੰਦਾ ਅਸੀਂ ਜਦ ਮਰਜ਼ੀ ਬਦਲ ਦਈਏ ਸੂਬਿਆਂ ਦੀ ਅਫਸਰਸ਼ਾਹੀ ਨੂੰ। ਉਹਦਾ ਮਤਲਬ ਕੀ ਆ ਵੀ ਜਿਹੜਾ ਮਾੜਾ ਮੋਟਾ ਕਿਸੇ ਦਾ ਹੱਕ ਸੂਬੇ 'ਚ ਮਿਲਦਾ ਹੈ, ਅਫਸਰਸ਼ਾਹੀ ਡਰਦੀ ਆ, ਉਹ ਵੀ ਨਾ ਡਰੇ। ਉਹ ਕਹਿੰਦੀ ਵੀ ਆਪਾਂ ਤਾਂ ਕੇਂਦਰ ਦੇ ਤੇ ਆਪਾਂ ਨੇ ਕੀ ਲੈਣਾ ਹੈ। ਯਾਨੀ ਕਿ ਕੇਂਦਰ ਨੇ ਪੈਗਾਸਸ ਰਾਹੀਂ ਕੱਲੇ-ਕੱਲੇ ਸਿਟੀਜ਼ਨ ਦਾ, ਕੱਲੇ-ਕੱਲੇ ਨਾਗਰਿਕ ਦਾ ਹਰ ਪਲ, ਹਰ ਬੋਲ, ਹਰ ਹਾਵ ਭਾਵ ਨੂੰ ਨੋਟ ਕਰਨਾ ਹੈ ਤੇ ਬਿਊਰੋਕ੍ਰੇਸੀ ਦੇ ਰਾਹੀਂ ਕਿਸੇ ਵੀ ਸੂਬੇ ਦੀ ਪੂਰੇ ਦੇਸ਼ ਦੇ ਵਿੱਚ ਬੈਠ ਕੇ ਪ੍ਰਸ਼ਾਸਨ ਨੂੰ ਕੰਟਰੋਲ ਕਰਕੇ ਉਸ ਨਾਗਰਿਕ ਨੂੰ ਜਿਹਦੇ ਉੱਤੇ ਪੈਗਾਸਸ ਰਾਹੀਂ ਇਹਨਾਂ ਨੇ ਸ਼ੰਕਾ ਕਰ ਲਈ, ਉਹਦੇ ਰਾਹੀਂ ਉਹਨੂੰ ਫੜਵਾਉਣਾ ਹੈ। ਬਿਊਰੋਕ੍ਰੇਸੀ ਰਾਹੀਂ ਵੀ ਇਹਨੂੰ ਫੜ ਕੇ ਅੰਦਰ ਕਰ ਦਿਓ, ਕਹਿ ਦਿਓ ਡੀਸੀ ਨੂੰ ਕਹਿਣਗੇ ਹੁਕਮ ਕਰੋ ਉਹਨੂੰ। ਇਹ ਚੱਕਰ ਚੱਲੂਗਾ। ਸੋ ਅੱਜ ਜਿਹੜਾ ਇਹ ਆਇਆ ਵਿਰੋਧੀ ਧਿਰਾਂ ਨੇ ਵੈਸੇ ਵੀ ਸਟੈਂਡ ਲਿਆ, ਬੰਗਾਲ ਨੇ ਲਿਆ ਹੈ, ਤਾਮਿਲਨਾਡੂ ਨੇ ਲਿਆ ਹੈ, ਪੰਜਾਬ ਦਾ ਮੈਨੂੰ ਅਜੇ ਪਤਾ ਨਹੀਂ ਵੀ ਇਹਨਾਂ ਨੇ ਵੀ ਲਿਖਿਆ ਕਿ ਨਹੀਂ। ਆ ਜਿਹੜਾ IAS ਵਾਲਾ ਮੈਂ ਤੁਹਾਨੂੰ ਦੱਸਿਆ ਵੀ ਆਪਦੀ ਮਰਜ਼ੀ ਕਰਨਾ ਚਾਹੁੰਦੇ ਨੇ। ਸੋ ਇਹ ਮੁੜ ਕੇ ਇੱਕ ਸਮਾਂ ਐਸਾ ਆ ਗਿਆ ਕਿ ਸਾਨੂੰ ਸਾਡੇ 2 ਗੱਲਾਂ ਪਰਿਭਾਸ਼ਿਤ ਕਰਨੀਆਂ ਪੈਣਗੀਆਂ ਇਹ ਪੈਗਾਸਸ ਮਾਮਲੇ ਨੂੰ ਲੈ ਕੇ। ਇਹ ਵਿਰੋਧੀ ਪਾਰਟੀਆਂ ਦੀ ਵੀ ਜ਼ਿੰਮੇਵਾਰੀ ਹੈ, ਇਹ ਰਾਜ ਕਰਨ ਵਾਲੀਆਂ ਦੀ ਵੀ ਜ਼ਿੰਮੇਵਾਰੀ ਹੈ, ਇਹ ਸਾਡੇ ਆਮ ਮਨੁੱਖੀ ਅਧਿਕਾਰਾਂ ਦੇ ਜਿਹੜੇ ਅਲੰਬਰਦਾਰ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ, ਇਹ ਸਾਡੀਆਂ ਅਦਾਲਤਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਕਿੱਥੇ ਤੱਕ ਨਿੱਜਤਾ ਦੇ ਅਧਿਕਾਰ ਦੇ ਉੱਤੇ ਡਾਕਾ ਮਾਰ ਸਕਦੇ ਹਾਂ। ਇਹ ਪਰਿਭਾਸ਼ਿਤ ਕਰਨਾ ਪਏਗਾ। ਦੂਜਾ ਪਰਿਭਾਸ਼ਿਤ ਇਹ ਕਰਨਾ ਪਏਗਾ ਵੀ ਜਿਹੜਾ ਨਿੱਜਤਾ ਦੇ ਅਧਿਕਾਰ ਦੇ ਉੱਤੇ ਡਾਕਾ ਹੈ, ਕੀ ਉਹ ਕੇਂਦਰ ਮਾਰ ਸਕਦਾ ਹੈ? ਜੇ ਮਾਰਨ ਦਾ ਕੋਈ ਇਜਾਜ਼ਤ ਵੀ ਹੋਵੇ ਤਾਂ ਕੀ ਸੂਬਿਆਂ ਦਾ ਕੀ ਰਾਈਟ ਹੈ ਉਹਦੇ 'ਚ? ਸੋ ਸੂਬੇ ਤੇ ਕੇਂਦਰ ਦੇ ਜਿਹੜੇ ਆਪਸੀ ਸੰਬੰਧ ਨੇ ਉਹ ਵੀ ਪਰਿਭਾਸ਼ਿਤ ਕਰਨੇ ਪੈਣਗੇ ਕਿ ਪੈਗਾਸਸ ਦੇ ਮਾਮਲੇ ਦੇ ਵਿੱਚ ਸੂਬੇ ਦੇ ਅਧਿਕਾਰ ਕੀ ਨੇ, ਕੇਂਦਰ ਦੇ ਕੀ ਨੇ, ਕਿਹਦੇ ਜ਼ਿਆਦਾ ਨੇ, ਕੀ ਸੂਬੇ ਨੂੰ ਰੋਂਦ ਕੇ ਕੇਂਦਰ ਕੁਝ ਕਰ ਸਕਦਾ ਹੈ? ਕੀ ਸੂਬੇ ਕੇਂਦਰ ਤੋਂ ਆਕੀ ਹੋ ਸਕਦੇ ਨੇ ਵੀ ਜਾਂ ਭੱਜੋ ਅਸੀਂ ਨਹੀਂ ਕਰਨ ਦਿੰਦੇ? ਇਹ ਸਾਨੂੰ ਪਰਿਭਾਸ਼ਿਤ ਕਰਨਾ ਪਏਗਾ। ਸੋ ਇਹ ਅੱਜ ਇੱਕ ਮੌਕਾ ਹੈ, ਮੈਂ ਤਾਂ ਇਹੀ ਕਹਾਂਗਾ ਕਿ ਗੱਲ ਤਾਂ ਬਹੁਤ ਮਾੜੀ ਹੈ ਵੀ ਤੁਸੀਂ ਹਰੇਕ ਦੀ ਸਪਾਈਂਗ ਕਰਦੇ ਹੋ, ਇੰਨੇ ਡਰੂ ਹੋ ਤੁਸੀਂ, ਆਪ ਤੁਸੀਂ ਸਾਰੇ ਅੰਗਰੇਜ਼ਾਂ ਦੇ ਪਿੱਛੂ ਰਹੇ ਹੋ, ਆਪ ਤੁਸੀਂ ਆਜ਼ਾਦੀ ਦੀ ਲੜਾਈ ਤੁਹਾਡੇ ਕੋਲ ਕੁਝ ਹੈ ਨਹੀਂ, ਹੁਣ ਤੁਸੀਂ ਇਤਿਹਾਸ ਤੁਹਾਡੇ ਕੋਲ ਹੈ ਨਹੀਂ, ਤੁਸੀਂ ਜਿਹੜਾ ਇਤਿਹਾਸ ਹੈਗਾ ਉਹਨੂੰ ਮਿਟਾਉਣਾ ਚਾਹੁੰਦੇ ਹੋ ਤੇ ਲੋਕਾਂ ਨੂੰ ਡਰਾ ਕੇ ਰੱਖਣਾ ਚਾਹੁੰਦੇ ਹੋ, ਧਮਕਾ ਕੇ ਰੱਖਣਾ ਚਾਹੁੰਦੇ ਹੋ। ਇਹਦੇ ਨਾਲ ਜਮਹੂਰੀਅਤ ਤਾਂ ਨਹੀਂ ਚੱਲਣੀ, ਪਰ ਇਹ ਜਮਹੂਰੀਅਤ ਨੂੰ ਹੁਣ ਖਤਮ ਨਹੀਂ ਕਰ ਸਕਣਗੇ, ਜ਼ੋਰ ਜਿੰਨਾ ਮਰਜ਼ੀ ਲਾ ਲੈਣ। ਇਹ ਕੋਸ਼ਿਸ਼ ਕਰਨਗੇ ਵੀ ਚੋਣਾਂ ਵੀ ਨਾ ਹੋਣ, ਆਹ ਵੀ ਨਾ ਹੋਵੇ, ਆਪਾਂ ਤਾਂ ਹੁਕਮ ਚਲਾਈਏ। ਜਨ ਲੋਕਪਾਲ ਵੀ ਉਸੇ ਚੋਂ ਨਿਕਲਿਆ ਸੀ, ਚਾਹੇ ਪਾਰਟੀ ਦੂਜੀ ਸੀ ਉਹ। ਸੋ ਉਹਦੇ ਵਿੱਚ ਇਹ ਹੁਕਮੀਆਂ ਜਿਹੜਾ ਅਸੀਂ ਕਹਾਂਗੇ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਹੇ ਨੇ।
ਪਰ ਜਿਹੜੀ ਅੱਜ ਜਿਸ ਤਰ੍ਹਾਂ ਦਾ ਪਿਛਲੇ ਕੁਛ 2 ਸਾਲ ਦੇ ਵਿੱਚ ਵਾਤਾਵਰਨ ਸਿਰਜਿਆ ਗਿਆ ਮੁਲਕ ਦੇ ਵਿੱਚ, ਮਾੜੀ ਮੋਟੀ ਰੋਕ ਪੈਣੀ ਸ਼ੁਰੂ ਹੋ ਗਈ। ਤੇ ਜਿਵੇਂ ਇੰਦਰਾ ਗਾਂਧੀ ਹਾਰੀ ਸੀ ਐਮਰਜੈਂਸੀ ਲਾਉਣ ਤੋਂ ਬਾਅਦ, ਮੈਨੂੰ ਲੱਗਦਾ ਹੁਣ ਇਹ ਜਿਹੜੀ ਐਨਡੀਏ ਸਰਕਾਰ ਹੈ, ਇਹਦਾ ਵੀ ਉਹੋ ਜਿਹਾ ਕਾਲ ਜਿਹਾ ਹੀ ਆ ਗਿਆ ਹੈ, ਉਹੋ ਜਿਹਾ ਹੀ ਸਮਾਂ ਆ ਗਿਆ ਹੈ ਵੀ ਹੁਣ ਇਹ ਬਚਾ ਕੇ ਜੇ ਆਪਦੇ ਦਿਨ ਕੱਟਣੇ ਨੇ ਕੱਟੇ, ਨਹੀਂ ਇਹਦਾ ਹਾਲ ਮਾੜਾ ਹੀ ਹੈ। ਕਿਉਂਕਿ ਇਸ ਨੇ ਕੋਈ ਵੀ ਪਾਸਾ, ਦੇਸ਼ ਦੀ ਕੋਈ ਸੰਸਥਾ ਨਹੀਂ ਛੱਡੀ, ਦੇਸ਼ ਦਾ ਕੋਈ ਸਮਾਰਕ ਨਹੀਂ ਛੱਡਿਆ, ਦੇਸ਼ ਦੀ ਕੋਈ ਆਨ ਇੱਜ਼ਤ ਦਾ ਮਾਮਲਾ ਨਹੀਂ ਛੱਡਿਆ। ਇੱਕੋ ਰੱਟ ਲਾ ਲਈ ਵੀ ਹਰੇਕ ਚੀਜ਼ ਨੂੰ ਢਾਹ ਦਿਓ। ਮੈਨੂੰ ਤਾਂ ਐਂ ਲੱਗਦਾ ਵੀ ਜੋ ਔਰੰਗਜ਼ੇਬ ਕਰਦਾ ਸੀ, ਹਰੇਕ ਨੂੰ ਢਾਹ ਦਿਓ, ਹਰੇਕ ਨੂੰ ਇੱਕ ਬਣਾ ਦਿਓ, ਉਹੀ ਕੁਛ ਇਹ ਕਰ ਰਹੇ ਨੇ। ਉਹ ਮੁਸਲਮਾਨਾਂ ਦੇ ਹੱਕ 'ਚ ਕਰ ਰਿਹਾ ਸੀ, ਇਹ ਆਪਦੇ ਆਰਐਸਐਸ ਦੇ ਹੱਕ 'ਚ ਕਰ ਰਹੇ ਨੇ, ਬਾਕੀ ਤਾਂ ਕੁਛ ਨਹੀਂ। ਜਨਤਾ ਤਾਂ ਉਦੋਂ ਵੀ ਪੀੜਤ ਸੀ, ਜਨਤਾ ਹੁਣ ਵੀ ਪੀੜਤ ਹੈ। ਤੇ ਫਿਰ ਸ਼ਹੀਦੀਆਂ ਦੇਣ ਵਾਲੇ, ਫਿਰ ਸਿਰ ਦੇਣ ਵਾਲੇ ਉੱਠ ਖੜਦੇ ਨੇ, ਉੱਠਣਾ ਹੀ ਪੈਂਦਾ ਹੈ। ਸੋ ਮੈਨੂੰ ਐਂ ਲੱਗਦਾ ਹੈ ਵੀ ਉਹ ਜਮਹੂਰੀ ਮੂਵਮੈਂਟ ਜਿਹੜੀ ਪਿਛਲੇ 3 ਦਹਾਕਿਆਂ 'ਚ ਖਤਮ ਹੋ ਗਈ ਸੀ ਆਲਮੋਸਟ, ਜੋ ਮਰ ਜੇ ਗਈ ਸੀ, ਉਹ ਵਿਰੋਧੀ ਪਾਰਟੀਆਂ ਜਿਹੜੀਆਂ ਜਮਾਂ ਹੀ ਮਤਲਬ ਗਊ ਬਣ ਗਿਆ ਸੀ, ਚੁੱਪ ਹੀ ਕਰ ਗਈਆਂ ਸੀ, ਉਹ ਥੋੜ੍ਹੀ ਉਹਨਾਂ 'ਚ ਜਾਨ ਪਈ ਹੈ, ਉਹ ਬੋਲਣਾ ਸ਼ੁਰੂ ਕਰੀਆਂ ਨੇ। ਤੇ ਹੌਲੀ ਮੈਨੂੰ ਲੱਗਦਾ ਹੈ ਇਹ ਅਗਲੇ ਸਾਲ 2 ਸਾਲ 'ਚ ਇਕੱਠੀਆਂ ਵੀ ਹੋਣਗੀਆਂ। ਇਹ ਇੱਕ ਪੈਗਾਸਸ ਹੀ ਸਹੀ, ਕੁੱਬੇ ਦੇ ਲੱਤ ਲੋਟ ਆਉਣ ਵਾਲੀ ਗੱਲ ਵੀ ਪੈਗਾਸਸ ਦੇ ਬਹਾਨੇ ਚਾਹੇ ਇਕੱਠੇ ਹੁੰਦੇ ਨੇ। ਮੈਂ ਤਾਂ ਪੈਗਾਸਸ ਨੂੰ ਇੱਕ ਸ਼ੁਭ ਸ਼ਗਨ ਮੰਨਦਾ, ਇਹਦੀ ਬਜਾਏ ਕਿ ਮਾੜਾ, ਕਿਉਂਕਿ ਦੇਸ਼ ਦੀ ਡੈਮੋਕ੍ਰੇਸੀ ਤਾਂ ਹੀ ਬਚੂਗੀ ਜੇ ਉਹਦਾ ਵਿਰੋਧ ਹੋਏਗਾ। ਤੇ ਵਿਰੋਧ ਤਾਂ ਹੋਏਗਾ ਜੇ ਕੋਈ ਪੁਖਤਾ ਹੀ ਸੀ ਵੱਡੀ ਗੱਲ ਆ ਜੂਗੀ, ਜਿੱਥੇ ਜਮਾਂ ਹੀ ਨਾ ਸਕੇ ਵੀ ਹੁਣ ਤਾਂ ਜਿਹੜਾ ਉੱਠਣਾ ਹੀ ਪੈਣਾ। ਇਹ ਇਹਨਾਂ ਨੇ ਇਹ ਹਾਲ ਕਰਤਾ ਵੀ ਹੁਣ ਤਾਂ ਉੱਠਣਾ ਹੀ ਪੈਣਾ। ਇੱਕ ਲਾਸਟ ਉਦਾਹਰਨ ਦੇ ਕੇ ਗੱਲ ਖਤਮ ਕਰਾਂਗਾ ਵੀ ਕਿਵੇਂ ਉੱਠਦੇ ਨੇ ਫਿਰ ਲੋਕ। ਕੈਪਟਨ ਅਮਰਿੰਦਰ ਸਿੰਘ ਨੇ ਜਿੰਨਾ ਚਿਰ ਤਾਂ ਦਬਕਾ ਮਾਰਦਾ ਰਿਹਾ ਬਾਦਲ ਸਾਹਿਬ ਤੇ, ਉਹਨਾਂ ਚਿਰ ਤਾਂ ਕੁਝ ਨਹੀਂ ਹੋਇਆ। ਸਮਾਂ ਬਾਦਲ ਸਾਹਿਬ ਦੇ ਸਮਰਥਕ ਡਰਨ ਲੱਗੇ। ਜਿੱਦੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਪਾਤਾ ਨਾ, ਜਿਹੜੇ ਟੌਹੜਾ ਸਾਹਿਬ ਬਾਦਲ ਸਾਹਿਬ ਦੇ ਉਲਟ ਸੀ, ਉਹਨਾਂ ਨੇ ਜਾ ਕੇ ਪਟਿਆਲੇ ਜੇਲ੍ਹ 'ਚ ਗੇਟ ਦੇ ਅੱਗੇ ਕਰਤਾ, ਬਿਗਲ ਵਜਾਤਾ। ਉਦੋਂ ਮੁੜ ਕੇ ਕੈਪਟਨ ਦੀ ਡਾਊਨਫਾਲ ਸ਼ੁਰੂ ਹੋ ਗਿਆ ਕਿ ਬਾਦਲ ਸਾਹਿਬ ਅਪਰਾਈਜ਼ ਕਰਨ ਲੱਗੇ। 10 ਸਾਲ ਉਦੋਂ ਮੁੜ ਕੇ ਸਰਕਾਰ ਬਣਾ ਗਏ ਤੇ ਕੈਪਟਨ ਕਿਤੇ ਲੱਭਿਆ ਹੀ ਨਹੀਂ ਸੀ। ਸੋ ਇਸ ਕਰਕੇ ਅੱਜ ਬੀਜੇਪੀ ਦਾ, ਅੱਜ ਇਹ ਹੰਕਾਰੀ ਹਾਕਮਾਂ ਦਾ ਡਾਊਨਫਾਲ ਸ਼ੁਰੂ ਹੋਏਗਾ ਇਸ ਖਬਰ ਤੋਂ। ਕੱਲੀ ਖਬਰ ਤੋਂ ਹੀ ਨਹੀਂ, ਇਸ ਖਬਰ ਦੇ ਨਾਲ ਜਿਹੜਾ ਰਿਐਕਸ਼ਨ ਦਿੱਤਾ ਇਹਨਾਂ ਨੇ ਬਾਹਰਲਿਆਂ ਨਾਲ ਪੰਗਾ ਲੈਣ ਦਾ, ਉਸ ਤੋਂ। ਤੇ ਇੱਥੇ ਹੀ ਨਹੀਂ, ਇਦੋਂ ਅੱਗੇ ਜਿਹੜਾ ਵਿਰੋਧੀ ਪਾਰਟੀਆਂ ਨੇ ਇਹ ਫੈਸਲਾ ਕਰਿਆ ਵੀ ਅਸੀਂ ਇਹਦਾ ਸਵਾਲ, ਇਹਦਾ ਹਿਸਾਬ ਕਿਤਾਬ ਮੰਗਾਂਗੇ, ਜਵਾਬ ਦਿਓ ਕਹਾਂਗੇ, ਜਵਾਬ ਦਿਓ ਤੇ ਹਿਸਾਬ ਦਿਓ, ਉਹ ਦੇਸ਼ ਵਾਸਤੇ ਚੰਗਾ ਹੈ। ਡਾਕਟਰ ਸਾਹਿਬ, ਬੀਜੇਪੀ ਦਾ ਇੱਕ ਸੁਭਾਅ ਹੈ ਜਿਸ ਤੇ ਉਹ ਕੰਮ ਕਰਦੇ ਨੇ। ਜਦੋਂ ਬੀਜੇਪੀ ਸਰਕਾਰ ਦੀ ਆਲੋਚਨਾ ਹੁੰਦੀ ਹੈ ਤਾਂ ਉਸ ਆਲੋਚਨਾ ਨੂੰ ਉਹ ਐਂ ਸਿੱਧ ਕਰਦੇ ਨੇ ਕਿ ਇਹ ਆਲੋਚਨਾ ਦੇਸ਼ ਦੀ ਕਰ ਰਹੇ ਨੇ। ਬਿਲਕੁਲ, ਤੁਸੀਂ ਅਜੇ ਬੀਜੇਪੀ ਸਰਕਾਰ ਛੱਡੋਗੇ ਤਾਂ ਕਿਸੇ ਵਿਅਕਤੀ ਦੀ ਕਰ ਦਿਓ। ਤੁਸੀਂ ਇੱਥੇ ਬੀਜੇਪੀ ਦੇ ਪ੍ਰਧਾਨ ਦੀ ਆਲੋਚਨਾ ਕਰੋ ਤਾਂ ਕਹਿੰਦੇ ਇਹ ਤਾਂ ਦੇਸ਼ ਵਿਰੋਧੀ ਹੈ। ਤੁਸੀਂ ਕਹੋ ਅਸੀਂ ਫਲਾਣਾ ਰੋਸ ਦਿਵਸ ਮਨਾਉਂਦਾ, ਉਹ ਕਹਿੰਦੇ ਇਹ ਹਿੰਦੂ ਵਿਰੋਧੀ ਹੈ। ਤੁਸੀਂ ਕੋਈ ਚੀਜ਼ ਲੈ ਲਓ, ਉਹਨਾਂ ਨੇ ਹਰੇਕ ਗੱਲ ਨੂੰ, ਕਿਉਂਕਿ ਉਹਨਾਂ ਕੋਲ ਆਪਦੇ ਕੋਲ ਹੈ ਹੀ ਕੁਛ ਨਹੀਂ ਸਵਾਏ ਇੱਕ ਸ਼ਬਦ ਦੇ, ਜਿਹੜੀ ਮਰਜ਼ੀ ਗੱਲ ਨੂੰ ਰਾਸ਼ਟਰ ਵਿਰੋਧੀ ਕਹਿ ਦੇਣਾ ਇਹਨਾਂ ਨੇ। ਜਿੱਦੇ ਇਹ ਆਪ ਇਹਨਾਂ ਦੇ ਵੱਡੇ ਵੱਡੇ ਬੰਦੇ ਗਊ ਮਾਸ ਦਾ ਵਪਾਰ ਕਰਦੇ ਨੇ, ਅੱਜ ਵੀ ਸ਼ਾਮਲ ਨੇ ਉਹ, ਉਦੋਂ ਉਹ ਰਾਸ਼ਟਰ ਵਿਰੋਧੀ ਨਹੀਂ। ਜਿੱਦੇ ਕੋਈ ਗਊ ਦੇ ਵਾਸਤੇ ਕਹਿੰਦੇ ਵੀ ਯਾਰ ਆਵਾਰਾ ਗਊਆਂ ਫਿਰਦੀਆਂ ਨੇ, ਘੱਟੋ ਘੱਟ ਇਹਨਾਂ ਦਾ ਸੰਭਾਲ ਤਾਂ ਕਰਿਆ ਕਰੋ। ਸੜਕਾਂ ਦੇ ਉੱਤੇ ਇਹਨਾਂ ਦੇ ਐਕਸੀਡੈਂਟ ਹੁੰਦੇ ਨੇ, ਮਰੀਆਂ ਪਈਆਂ ਰਹਿੰਦੀਆਂ ਨੇ, ਕਰੰਗ ਪੈ ਰਹਿੰਦੇ ਨੇ, ਇਹਨਾਂ ਨੂੰ ਤਾਂ, ਇਹਨਾਂ ਦਾ ਤਾਂ ਸੰਭਾਲ ਕਰ ਦੋ ਹੈ, ਗਊ ਮਾਤਾ ਹੈ ਥੋੜ੍ਹੀ। ਉਦੋਂ ਇਹਨਾਂ ਨੂੰ ਇਤਰਾਜ਼ ਹੈ। ਜਿੱਦੇ ਇਹਨਾਂ ਦੇ ਹਰਿਆਣੇ ਦੇ ਵਿੱਚ ਗਊਆਂ ਡੁੱਬ ਕੇ ਮਰ ਜਾਂਦੀਆਂ ਨੇ, ਚਾਰਾ ਨਾ ਮਿਲਣ ਕਰਕੇ ਮਰ ਜਾਂਦੀਆਂ ਨੇ ਸਰਕਾਰੀ ਉਸ ਦੇ ਵਿੱਚ, ਇਹਨਾਂ ਦੀ ਆਪਦੀ ਸਰਕਾਰ 'ਚ, ਉਦੋਂ ਗਊ ਮਾਤਾ ਨਹੀਂ ਹੈ। ਜਿੱਦੇ ਕੋਈ ਕਿਸੇ ਨੇ ਮਾੜਾ ਜਿਹਾ ਕੁਛ ਕਹਿਤਾ ਉਦੋਂ ਗਊ ਮਾਤਾ ਹੈ। ਸੋ ਇਹਨਾਂ ਦੇ ਤਾਂ ਹਰ ਚੀਜ਼ ਦੇ ਭੇਖ ਹੀ ਦੋ ਨੇ। ਪੰਗੂ ਜੀ, ਤੁਸੀਂ ਠੀਕ ਕਿਹਾ ਔਰ ਬੜੀ ਵਧੀਆ ਆਬਜ਼ਰਵੇਸ਼ਨ ਹੈ ਇਹ ਵੀ ਇਹਨਾਂ ਦੇ ਤਾਂ ਇਹ ਹੈ, ਕਹਿੰਦੇ ਜੇ ਗਧੀ ਮਾਰੀ ਸਾਡੇ ਨੰਦ ਕੋਪ, ਤਾਂ ਗਧੀ ਮਾਰੀ ਦਾ ਨਹੀਂ ਕੋਈ ਦੋਸ਼। ਇਹ ਆਪ ਜਿਹੜੇ ਮਰਜ਼ੀ ਪਾਪ ਕਰ ਲੈਣ, ਆਪ ਜੋ ਮਰਜ਼ੀ ਕਹੀ ਜਾਣ, ਇਹਨਾਂ ਨੂੰ ਉਸ ਦੀ ਕੋਈ ਚਿੰਤਾ ਨਹੀਂ, ਕੋਈ ਸੰਗ ਨਹੀਂ, ਕੋਈ ਸਰਫ ਨਹੀਂ। ਇਹ ਤਾਂ ਇਤਿਹਾਸ ਨੂੰ ਤੋੜ ਮਰੋੜ ਕੇ ਇੰਨਾ ਜ਼ਿਆਦਾ ਤਰੋੜਨ ਦੀ ਗੱਲ ਕਰਦੇ ਨੇ, ਇੰਨੀ ਜ਼ਿਆਦਾ। ਹਰੇਕ ਬੰਦੇ ਨੂੰ, ਇਹ ਫੌਜੀਆਂ ਨੂੰ ਕਿਉਂ ਨਾਲ ਲਿਆ ਰਹੇ ਨੇ, ਰਿਟਾਇਰੀਆਂ ਨੂੰ, ਕੁਛ ਜਿਹੜੇ ਪੂਰੇ ਅੱਖਰ ਟਾਈਪ ਬਣੇ ਹੋਏ ਨੇ ਵੀ ਆਪਾਂ ਡੰਡੇ ਨਾਲ ਰਾਜ ਕਰਨਾ। ਪਰ ਇਹ ਫਾਸ਼ਿਜ਼ਮ ਦਾ, ਇਹ ਲੋਕਾਂ ਨੂੰ ਭੀੜ ਤੰਤਰ ਬਣਾ ਕੇ ਮਾਰਨ ਦਾ, ਰਾਜ ਦੇ ਨਾਲ ਮਿਲ ਕੇ ਇਹ ਜਿਹੜਾ ਤੌਰ ਤਰੀਕਾ ਹੈ, ਉਹਦੇ ਵਿੱਚ ਇਹਨਾਂ ਦੀ ਤਾਂ ਬਹੁਤ ਕਤਲੇਆਮ ਕਰਾਉਣ ਦੀ ਪਿਛਲੇ 4-5 ਸਾਲ ਤੋਂ ਚੱਲ ਰਹੀ ਹੈ ਯੋਜਨਾ, ਉਹ 'ਚ ਸਫਲ ਨਹੀਂ ਹੋਏ। ਤੇ ਪਿਛਲੇ ਸਾਲ 26 ਨੂੰ ਪੂਰੀ ਯੋਜਨਾ ਇਹਨਾਂ ਨੇ ਬਣਾਈ ਹੋਈ ਸੀ, ਉਹ 'ਚ ਵੀ ਸਫਲ ਨਹੀਂ ਹੋਏ।
ਮੈਨੂੰ ਲੱਗਦਾ ਹੁਣ ਵੀ ਇਹ ਸਫਲ ਨਹੀਂ ਹੋਣਗੇ। ਕਹੀ ਜੋ ਮਰਜ਼ੀ ਆ, ਕਹਿਣੋਂ ਤਾਂ ਆਪਾਂ ਰੋਕ ਨਹੀਂ ਸਕਦੇ, ਕਹਿਣਾ ਤਾਂ ਇਹਨਾਂ ਦਾ ਤਾਂ ਕੰਮ ਹੀ ਹੈ, ਇਹਨਾਂ ਤਾਂ ਜਵਾਨ ਹੀ ਇਹੀ ਹੈ। ਹੁਣ ਜਿਹਦੀ ਜਵਾਨ ਨੂੰ ਲਗਾਮ ਹੀ ਨਹੀਂ, ਆਪਾਂ ਉਹਨੂੰ ਕੀ ਕਹਾਂਗੇ। ਬਿਲਕੁਲ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਸ਼ੁਕਰੀਆ ਜੀ। ਜੀ ਦੋਸਤੋ, ਸਾਡੇ ਨਾਲ ਬਣੇ ਹੋਏ ਸੀ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨਾਲ ਪੈਗਾਸਸ ਸਪਾਈਵੇਅਰ ਤੇ ਗੱਲਬਾਤ ਕੀਤੀ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਤੁਸੀਂ ਹਰ ਵਾਰ ਦੀ ਤਰ੍ਹਾਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜਿਓ, ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।